ਵਾਹਿਗੁਰੂ। ਗੁਰਮੁਖ ਪਿਆਰਿਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਵਿੱਚ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਕੀਤੀ ਗਈ ਹੈ। ਐਸੇ ਗੁਰਮੁਖ ਭਗਤ ਜਿਹੜੇ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏ, ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਸਾਡੀ ਭਾਸ਼ਾ ਦੇ ਵਿੱਚ ਉਸ ਨਿਰੰਕਾਰ ਦੇ ਘਰ ਦੀ ਵਿਚਾਰ ਸਾਨੂੰ ਸਮਝਾਉਣ ਦਾ ਯਤਨ ਕੀਤਾ। ਉਸ ਸਮੇਂ ਉਹਨਾਂ ਦਾ ਵਿਰੋਧ ਹੋਇਆ, ਕਿਉਂਕਿ ਜਿਹੜੀ ਗੱਲ ਉਹ ਕਰ ਰਹੇ ਸਨ ਉਹ ਇਸ ਸੰਸਾਰ ਤੋਂ ਬਿਲਕੁਲ ਵੱਖਰੀ ਸੀ। ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀਆਂ ਦਾ ਅਤੇ ਭਗਤਾਂ ਦਾ ਆਪਸ ਵਿੱਚ ਕਦੇ ਵੀ ਵਿਚਾਰਾਂ ਦਾ ਸਾਂਝ ਨਹੀਂ ਬਣੀ। ਇਸੇ ਤਰੀਕੇ ਨਾਲ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰਧਾਰਾ ਉਸ ਦੇ ਨਾਲ ਬਹੁਤ ਸਾਰੇ ਜੀਵ ਉਹ ਸਹਿਮਤ ਨਹੀਂ ਹਨ। ਇੱਕ ਨਿਰੰਕਾਰ ਦੀ ਹੋਂਦ ਨੂੰ ਮੰਨਣ ਦੀ ਬਜਾਏ ਹਰ ਇੱਕ ਮਨ ਆਪੋ ਆਪ ਦੀ ਮਤ ਦੁਆਰਾ ਉਸ ਪਰਮਾਤਮਾ ਦੀ ਖੋਜ ਕਰ ਰਿਹਾ ਹੈ। ਜੀਵਨ ਮੁਕਤ ਹੋਣ ਦਾ ਰਸਤਾ ਉਹ ਲੱਭ ਰਿਹਾ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਵਿਚਾਰ ਉਸ ਨੂੰ ਬੜਾ ਤਰਜੀਹ ਦਿੱਤੀ ਗਈ ਹੈ। ਜੋ ਵਿਚਾਰਦਾ ਹੈ ਉਸ ਨੂੰ ਗੁਰਮੁਖ ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਦੱਸ ਰਹੇ ਨੇ, ਬਾਣੀ ਬਿਰਲੋ ਵਿਚਾਰਸੀ ਜੇ ਕਉ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਉਸੇ ਗੁਰਬਾਣੀ ਦੀ ਵਿਚਾਰ ਨੂੰ ਕਰਦਿਆਂ ਹੋਇਆਂ ਆਓ ਥੋੜ੍ਹਾ ਜਿਹਾ ਅੰਤਰ ਆਤਮੇ ਪ੍ਰਵੇਸ਼ ਹੋਈਏ। ਆਪਣੇ ਆਪ ਦੀ ਖੋਜ ਕਰੀਏ। ਆਪਣੇ ਆਪ ਨੂੰ ਲੱਭੀਏ ਜੋ ਸਾਡਾ ਮਨ ਇਸ ਵਿਚਾਰਾਂ ਦੇ ਮਾਇਆ ਦੇ ਦੇਸ਼ ਵਿੱਚ ਆ ਕੇ ਖੋ ਗਿਆ ਹੈ। ਅਸ਼ਾਂਤ ਹੋ ਗਿਆ ਹੈ, ਦੌੜ ਰਿਹਾ ਹੈ, ਭੱਜ ਰਿਹਾ ਹੈ ਤੇ ਦੁਖੀ ਹੋ ਰਿਹਾ ਹੈ। ਇਸ ਮਨ ਨੂੰ ਖੋਜੀਏ। ਜਿਹੜੇ ਮਨ ਨੂੰ ਖੋਜ ਲੈਂਦੇ ਨੇ ਉਹਨਾਂ ਦਾ ਮਨ ਨਿਜ ਘਰ ਦੇ ਵਿੱਚ ਸਥਿਰ ਹੋ ਜਾਂਦਾ ਹੈ ਅਤੇ ਮਨ ਦੀ ਖੋਜ ਗੁਰੂ ਦੀ ਮੱਤ ਦੁਆਰਾ ਹੁੰਦੀ ਹੈ। ਗੁਰਬਾਣੀ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ,
ਤਨ ਛੂਟੇ ਮਨ ਕਹਾਂ ਸਮਾਈ। ਮਨ ਕਿੱਥੇ ਜਾ ਰਿਹਾ ਹੈ ਜਦੋਂ ਤਨ ਨੂੰ ਛੱਡਦਾ ਹੈ? ਮਨ ਦਾ ਘਰ ਕਿਹੜਾ ਹੈ? ਮਨ ਦੀ ਖੁਰਾਕ ਕੀ ਹੈ? ਇਸ ਨੂੰ ਵਿਚਾਰੀਏ। ਤੇ ਮਹਾਰਾਜ ਦੱਸਦੇ ਨੇ, ਮਨ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਮਨ ਭੁੱਲਿਆ ਕਿਉਂਕਿ ਸ਼ਬਦ ਤੋਂ ਟੁੱਟ ਗਿਆ, ਨਾਮ ਤੋਂ ਟੁੱਟ ਗਿਆ। ਨਾਮ ਨਾਲ ਜੁੜ ਜਾਏਗਾ, ਮਨ ਸਮਝ ਜਾਏਗਾ, ਮਨ ਜਾਗ ਜਾਏਗਾ। ਭੋਲਾ ਮਨ ਸਮਝੇ ਗੁਰ ਸ਼ਬਦੀ। ਅੰਤਰ ਆਤਮੇ ਦੀ ਖੋਜ ਸ਼ਬਦ ਦੁਆਰਾ ਜੋ ਕੀਤੀ ਜਾਏ, ਉਹ ਮਨ ਨੂੰ ਨਿਸ਼ਚਲ ਘਰ ਦੇ ਵਿੱਚ ਲੈ ਜਾਂਦੀ ਹੈ। ਮਨ ਸ਼ਬਦ ਮੰਡਲ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਸ਼ਬਦ ਮੰਡਲ ਜਿੱਥੇ ਨਾਦ, ਸ਼ਬਦ, ਧੁਨ ਚੱਲ ਰਹੀ ਹੈ, ਉਸ ਸ਼ਬਦ ਮੰਡਲ ਦੇ ਵਿੱਚ ਪ੍ਰਵੇਸ਼ ਹੋਣ ਦੀ ਨਿਸ਼ਾਨੀ ਗੁਰਬਾਣੀ ਦੇ ਵਿੱਚ ਮਹਾਰਾਜ ਆਪਾਂ ਨੂੰ ਦੱਸ ਰਹੇ ਨੇ। ਘਰ ਮਹਿ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਪੰਜ ਸ਼ਬਦ ਤੁਨਕਾਰ ਧੁਨ, ਤਹਿ ਬਾਜੇ ਸ਼ਬਦ ਨਿਸ਼ਾਨ। ਤਾਰ ਘੋਰ ਬਾਜੰਤਰ ਤਹਿ, ਸੱਚ ਤਖਤ ਸੁਲਤਾਨ। ਜਦੋਂ ਸ਼ਬਦ ਦੀ ਰੋਹ ਅੰਦਰ ਪ੍ਰਗਟ ਹੁੰਦੀ ਹੈ ਤੇ ਸੁਰਤ ਦਾ ਸ਼ਬਦ ਦੇ ਨਾਲ ਮਿਲਾਪ ਹੁੰਦਾ ਹੈ ਤੇ ਸੁਰਤ ਆਪ ਦੇ ਘਰ ਦਾ ਆਨੰਦ ਮਾਣਦੀ ਹੈ ਤੇ ਫਿਰ ਅਸ਼ਚਰਜ ਵਿਸਮਾਦ ਅਵਸਥਾ ਪ੍ਰਾਪਤ ਕੀਤੀ ਜਾਂਦੀ ਹੈ ਤੇ ਐਸਾ ਰਸ ਪ੍ਰਾਪਤ ਹੁੰਦਾ ਹੈ ਜੋ ਕਥਨੀ ਤੋਂ ਕਹਿਣੀ ਤੋਂ ਪਰੇ ਹੈ। ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ ਵੀ ਅਸੀਂ ਆਪ ਦੇ ਕੋਲੋਂ ਇਹ ਗੱਲ ਨਹੀਂ ਕਹਿ ਰਹੇ, ਜੋ ਅਸੀਂ ਦੇਖਿਆ ਹੈ ਉਹੀ ਬਚਨ ਕਰ ਰਹੇ ਹਾਂ। ਜਿਹੋ ਡਿਠਾ ਮੈਂ ਤੇਹੋ ਕਹਿਆ, ਜਿਸ ਰਸ ਆਇਆ ਤਿਨ ਭੇਦ ਲਹਿਆ। ਅੰਦਰੂਨੀ ਸਫਰ, ਅੰਦਰੂਨੀ ਆਨੰਦ ਸ਼ਬਦ ਦੇ ਘਰ ਵਿੱਚ ਜਾ ਕੇ ਜੋ ਪ੍ਰਾਪਤ ਹੁੰਦਾ ਹੈ, ਉਸ ਧੁਨ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੇ ਰੌਲੇ ਵਿੱਚੋਂ ਨਿਕਲੀਏ ਤਾਂ ਜੋ ਮਨ ਦਾ ਆਪ ਦੇ ਨਿਜ ਸਰੂਪ ਦੇ ਵਿੱਚ ਵਾਸਾ ਹੋ ਸਕੇ। ਗੁਰਬਾਣੀ ਦਾ ਫਰਮਾਨ ਮਹਾਰਾਜ ਬਚਨ ਕਰਦੇ ਨੇ, ਜਦੋਂ ਮਨ ਆਪ ਦੇ ਘਰ ਚਲਾ ਗਿਆ ਕੀ ਨਿਸ਼ਾਨੀ ਪ੍ਰਗਟ ਹੋਈ। ਪੰਜ ਸਖੀ ਮਿਲ ਮੰਗਲ ਗਾਇਆ, ਅਨਹਤ ਬਾਣੀ
नाद बजाया। ऐसी अवस्था बनी, पंचे शब्द वजे मत गुरमत, वड भागी अनहद वजया, आनंद मूल आराम सब देखिया, गुर शब्दी गोबिंद गजया। वाहिगुरु जी का खालसा, वाहिगुरु जी की फतेह।